श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय ध्यावो हृदय ध्यावो श्री गुरु रामदास गुण गावो। श्री अर्जन विघ्नन के नाशक विघ्नन के नाशक हर गोविंद शुभ समत प्रकाशक। श्री हर राय नमो कर जोरी नमो कर जोरी गुर हर कृष्ण मनाए बहोरी। तेग बहादुर परम कृपाला जी परम कृपाला श्री गुरु गोविंद सिंह विसाला। तरों तरा पर पुन पुन सीसा पुन पुन सीसा बंदों बार बार जगदीशा। जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सत होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। बहु कीरत भी सुल्तानपुरे नर नार मोहर मोह उचरे। जुग जुग अटल ਸਾਹਿਬ श्री गुरु ग्रंथ साहिब जी महाराज जी की पावन पवित्र गोद अंदर जुड़ मिल बैठे अत सत्कारयोग सत्संगी जनों दोवें हाथ जोड़ के फतेह प्रवान करो। आखो जी वाहिगुरु जी का खालसा वाहिगुरु जी की फतेह। सतगुरां जी की अपार बख्शिश के सदका रोजाना के नेम के मुताबिक असीं जिथे जुड़ मिल बैठ के सतगुरां जी की पावन बाणी का रसभिन्ना कीर्तन सरवण करके हटे हाँ। उस तो उपरंत चल रही लड़ीवार कथा के तहत आप जियां दे नाल विचारा करन दा समा प्राप्त होया है। चल रहे लड़ीवार प्रसंग दे विच असीं इत्थों तक विचार सरवण कर चुके हाँ कि धन गुरु नानक साहिब जी महाराज अपने भैन जी बेबे नानकी जी के घर दे विच पहुंचते हैं ते बेबे नानकी जी दे नाल विचार चर्चा करते हैं। जिथे बेबे नानकी जी उम्र दे विच वडेरे ने ते धन गुरु नानक साहिब जी महाराज जी का सत्कार भी करते हैं ते पातशाह जी नूं उस अकाल पुरख की रबी जोत करके जानते हैं। जिथे बेबे नानकी जी दुनियावी रिश्ते का फर्ज भी निभाते हैं उत्थे बेबे नानकी जी अते धन गुरु नानक साहिब जी महाराज जी के विचकार एक गुरु अते सिख का रिश्ता भी है। बेबे नानकी जी धन गुरु नानक साहिब जी महाराज जी नूं गृहस्थ दीआं जिम्मेवारियां भी समझाउणा करते हैं ते नाल ही नाल अपने मन के संकल्प भी धन गुरु नानक साहिब जी महाराज जी के सन्मुख रखते हैं कि मेरे मन की इच्छा है मन की तांग है भी तुहाडे घर दे विच कोई पुत्र जन्म लवे तो मैं उस नूं अपनी गोदी दे विच बड़े चाह ते लाड नाल खिडाउणा करां। धन गुरु नानक साहिब जी महाराज जी ने अपने प्यारे भैन जी दे जदों ये वचन सुने ने ना
ਤਾਂ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਸੀ ਕਿ ਤੁਸੀਂ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਭਗਤੀ ਕਰਦੇ ਹੋ, ਬੰਦਗੀ ਕਰਦੇ ਹੋ, ਸਦਾ ਉਸ ਨੂੰ ਆਪਣੇ ਚਿੱਤ ਦੇ ਵਿੱਚ ਵਸਾਉਣਾ ਕਰਦੇ ਹੋ। ਤੇ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਇਹ ਮੁੱਢ ਕਦੀਮ ਦਾ ਸੁਭਾਅ ਹੈ। ਉਹ ਆਪਣੇ ਭਗਤਾਂ ਦੀ, ਆਪਣੇ ਮੁਰੀਦਾਂ ਦੀ, ਆਪਣੇ ਸੇਵਕਾਂ ਦੀ ਫਰਿਆਦ ਜ਼ਰੂਰ ਸੁਣਦਾ ਹੈ। ਤੇ ਬੇਬੇ ਨਾਨਕੀ ਜੀ ਨੇ ਜਦੋਂ ਇਹ ਵਚਨ ਸੁਣੇ ਨਾ, ਤਾਂ ਮਨ ਦੇ ਵਿੱਚ ਬਹੁਤ ਚਾਉ ਪੈਦਾ ਹੋਇਆ, ਬਹੁਤ ਖੁਸ਼ੀਆਂ ਮਨਾਉਂਦੇ ਨੇ। ਤੇ ਨਾਲ ਹੀ ਨਾਲ ਆਖਦੇ ਨੇ ਵੀ ਅੱਜ ਤੱਕ ਜੋ ਵੀ ਮੇਰੇ ਵੀਰ ਨੇ ਵਚਨ ਆਖੇ ਨੇ ਨਾ, ਉਹ ਮੈਂ ਜਦੋਂ ਵੀ ਪਤਿਆ ਕੇ ਦੇਖੇ ਨੇ, ਉਹ ਵਚਨ ਕਦੇ ਵੀ ਅਧੂਰੇ ਨਹੀਂ ਰਹੇ, ਉਹ ਵਚਨ ਜ਼ਰੂਰ ਪੂਰੇ ਹੁੰਦੇ ਨੇ। ਤੇ ਫਿਰ ਬਾਅਦ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ ਤੇ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਕੋਈ ਵੀ ਦੁੱਖ ਸੁੱਖ ਪ੍ਰਭਾਵ ਨਹੀਂ ਪਾ ਸਕਦਾ। ਤੇ ਹਮੇਸ਼ਾ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁੱਖਾਂ ਦੀਆਂ ਦਾਤਾਂ ਵੰਡਦੇ ਨੇ ਤੇ ਦੁੱਖਾਂ ਦਾ ਨਾਸ਼ ਕਰਦੇ ਨੇ। ਤੇ ਇਸੇ ਤਰ੍ਹਾਂ ਮਨੁੱਖਾਂ ਦੇ ਜੀਵਨ ਦੇ ਵਿੱਚ ਜਿਹੜੇ ਪਾਪ ਕੀਤੇ ਹੋਏ ਨੇ ਨਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਵੱਲੀ ਨਜ਼ਰ ਪੈ ਜਾਂਦੀ ਹੈ, ਉਹ ਮਨੁੱਖਾਂ ਦੇ ਸਾਰੇ ਪਾਪ ਵੀ ਦੂਰ ਹੋ ਜਾਂਦੇ ਨੇ। ਇੱਥੋਂ ਤੱਕ ਪ੍ਰਸੰਗ ਅਸੀਂ ਪਿਛਲੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਬਹੁ ਕੀਰਤ ਭੀ ਸੁਲਤਾਨਪੁਰੇ ਨਰ ਨਾਰ ਮੋਹਰ ਮੋਹ ਚਰੇ। ਤੇ ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਵਿਚਰਦੇ ਨੇ। ਰੋਜ਼ਾਨਾ ਜਿੱਥੇ ਮੋਦੀ ਖਾਨੇ ਦਾ ਕੰਮਕਾਜ ਸੰਭਾਲਦੇ ਨੇ, ਉਸ ਦੇ ਨਾਲ ਨਾਲ ਰੋਜ਼ਾਨਾ ਦੇ ਨਿਯਮ ਦੇ ਮੁਤਾਬਕ ਸਵੇਰ ਅਤੇ ਸ਼ਾਮ ਦੇ ਵੇਲੇ ਸੰਗਤ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਜੁੜਦੀ ਹੈ। ਤੇ ਜਿੱਥੇ ਪਾਤਸ਼ਾਹ ਜੀ ਆਪਣਾ ਗ੍ਰਸਥ ਜੀਵਨ ਬਤੀਤ ਕਰਦੇ ਆ, ਕੰਮਕਾਜ ਕਰਦੇ ਨੇ, ਜਿੱਥੇ ਗ੍ਰਸਥ ਜੀਵਨ ਦੇ ਵਿੱਚੋਂ ਵੀ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਨੇ, ਉੱਥੇ ਜਿਹੜੇ ਵੀ ਸੁਲਤਾਨਪੁਰ ਦੇ ਰਹਿਣ ਵਾਲੇ ਜੀਵ ਨੇ, ਜਿਹੜੇ ਭਟਕਣਾ ਦੇ ਵਿੱਚ ਪਏ ਹੋਏ ਨੇ ਨਾ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਦੇ ਨੇ। ਜਦੋਂ ਪਾਤਸ਼ਾਹ ਜੀ ਦੇ ਮੁਖ ਦੇ ਵਿੱਚੋਂ ਸੁੰਦਰ ਬਚਨ ਸੁਣਦੇ ਨੇ ਤਾਂ ਉਹਨਾਂ ਦੇ ਮਨ ਦੇ ਜਿਹੜੇ ਪਾਪ ਨੇ, ਮਨ ਦੀ ਮੈਲ ਹੈ, ਉਹ ਧੋਤੀ ਜਾਂਦੀ ਹੈ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਆਖਦੇ ਨੇ, ਕਹਿੰਦੇ ਸੁਲਤਾਨਪੁਰ ਨਗਰ ਦੇ ਹਰ ਇੱਕ ਘਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ ਜਿਹੜੀ ਉਹ ਫੈਲੀ ਹੋਈ ਹੈ। ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨਗਰ ਦੇ ਹਰ ਇੱਕ ਘਰ ਦੇ ਵਿੱਚ ਕੀਤੀ ਜਾ ਰਹੀ ਹੈ। ਨਰ ਨਾਰ ਭਾਵ ਮਰਦ ਅਤੇ ਇਸਤਰੀਆਂ ਸਾਰੇ ਰਲ ਮਿਲ ਕੇ ਵਾਰ-ਵਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਇਹ ਬਚਨ ਉਚਾਰਦੇ ਹਨ। ਬਹੁ ਦੀਨਨ ਕਾ ਉਪਕਾਰ ਕਰੇ ਤਨ ਲਾਲਸ ਨਾ ਮਨ ਮਾਹਿਤ ਰਹਿ। ਤੇ ਦਿਨ ਰਾਤ ਇਹੀ ਵਾਰ-ਵਾਰ ਆਖੀ ਜਾਂਦੇ ਨੇ ਵੀ ਇਹ ਤਾਂ ਗਰੀਬਾਂ ਨੂੰ ਆਸਰਾ ਦਿੰਦੇ ਨੇ, ਗਰੀਬਾਂ ਦੇ ਉੱਤੇ ਕਹਿੰਦੇ ਬੜਾ ਹੀ ਉਪਕਾਰ ਕਰਦੇ ਨੇ। ਤੇ ਕਹਿੰਦੇ ਜਿੰਨੀ ਕਮਾਈ ਮੋਦੀ ਖਾਨੇ ਦੇ ਵਿੱਚ ਹੁੰਦੀ ਹੈ, ਇਹਨਾਂ ਦੇ ਮਨ ਦੇ ਵਿੱਚ ਰੱਤਾ ਭਰ ਵੀ ਕਿਸੇ ਵੀ ਤਰ੍ਹਾਂ ਦਾ ਲਾਲਚ ਨਹੀਂ ਹੈ, ਕਿਸੇ ਵੀ ਤਰ੍ਹਾਂ ਦੀ ਲਾਲਸਾ ਨਹੀਂ ਹੈ ਵੀ ਮੈਂ ਧਨ ਆਪਣੇ ਲਈ ਇਕੱਠਾ ਕਰ ਲਵਾਂ। ਸਮ ਏਸ ਉਦਾਹਰਨ ਔਰ ਪਿਓ ਨਰ ਜਾਚਤ ਜੋ ਨਹਿ ਸ਼ੂਸ਼ ਗਇਓ। ਤਾਂ ਕਹਿੰਦੇ ਇਹਨਾਂ ਦੇ ਵਰਗਾ ਉਦਾਰ ਚਿੱਤ ਅੱਜ ਤੱਕ ਕੋਈ ਨਹੀਂ ਦੇਖਿਆ। ਅੱਜ ਤੋਂ ਪਹਿਲਾਂ ਜਦੋਂ ਮੋਦੀ ਖਾਨਾ ਚੱਲਦਾ ਸੀ ਨਾ, ਨਵਾਬ ਦੌਲਤ ਖਾਨ ਲੋਧੀ ਨੇ ਜਿੰਨੇ ਵੀ ਮੋਦੀ ਰੱਖੇ ਸਨ, ਉਹਨਾਂ ਮੋਦੀ ਖਾਨਿਆਂ ਦੇ ਵਿੱਚ ਕੰਮ ਕਰਨ ਵਾਲੇ ਮੋਦੀਆਂ ਨੇ ਕਦੇ ਵੀ ਕਿਸੇ ਦਾ ਭਲਾ ਨਹੀਂ ਤੱਕਿਆ, ਉਲਟਾ ਲੋਕਾਂ ਨੂੰ ਲੁੱਟ ਖਸੁੱਟ ਕਰਦੇ ਸਨ। ਤੇ ਇਹ ਜਦੋਂ ਦਾ ਇਹ ਮੋਦੀ ਆਇਆ ਹੈ ਨਾ, ਜਦੋਂ ਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਕਾਰਜ ਸੰਭਾਲੇ ਨੇ, ਤਾਂ ਆਖਦੇ ਨੇ ਇਹਨਾਂ ਦੇ ਦਰ ਦੇ ਉੱਤੋਂ ਜਿਹੜਾ ਵੀ ਮੰਗਣ ਆਇਆ, ਕੋਈ ਵੀ ਦਾਤਾ ਮੰਗਣ ਆਵੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨੂੰ ਕਦੇ ਵੀ ਖਾਲੀ ਵਾਪਸ ਨਹੀਂ ਮੋੜਦੇ। ਪ੍ਰਭੂਤ ਸਮਾਨ ਨਿਜ ਦੇਖ ਸੁਦੇ ਇਸ ਕਾਲ ਵਿਚਾਰਨ ਨਾਹਿ ਕਦੇ। ਕਹਿੰਦੇ ਹਰ ਵੇਲੇ ਹੀ ਦਾਨ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ। ਆਮ ਤੌਰ ਦੇ ਉੱਤੇ ਸਮਾਜ ਦੇ ਵਿੱਚ ਪਤਾ ਕੀ ਪ੍ਰਚਲਿਤ ਹੈ, ਜਦੋਂ ਕੋਈ ਦਾਨ ਪੁੰਨ ਕਰਦਾ ਹੈ ਨਾ, ਪਹਿਲੀ ਗੱਲ ਤਾਂ ਆਪਣੇ ਤੌਰ ਦੇ ਉੱਤੇ
ਕੋਈ ਵੀ ਦਾਨ ਪੁੰਨ ਕਰਨ ਨੂੰ ਤਿਆਰ ਨਹੀਂ ਹੁੰਦਾ। ਜਦੋਂ ਕੋਈ ਮੁਸੀਬਤ ਆਣ ਪਵੇ ਤਾਂ ਕਿਸੇ ਦੇ ਆਖਿਆ ਵੀ ਜੇਕਰ ਉਹ ਦਾਨ ਪੁੰਨ ਕਰਨ ਵੀ ਲੱਗ ਜਾਵੇ ਨਾ, ਤਾਂ ਫਿਰ ਉਹ ਸਮਾਂ ਵਿਚਾਰਦਾ ਭਾਈ ਕਿਹੜੇ ਸਮੇਂ ਦੇ ਵਿੱਚ ਦਾਨ ਕੀਤਾ ਚੰਗਾ ਹੁੰਦਾ ਹੈ, ਕਿਹੜੇ ਸਮੇਂ ਦੇ ਵਿੱਚ ਅਸੀਂ ਦਾਨ ਕਰਾਂਗੇ ਤੇ ਉਹ ਦਾਨ ਦਾ ਸਾਨੂੰ ਫਲ ਚੰਗਾ ਪ੍ਰਾਪਤ ਹੋਵੇਗਾ। ਪਰ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਨ ਦੇ ਵਿੱਚ ਇਹੋ ਜਿਹੀ ਕੋਈ ਵੀ ਵਿਚਾਰ ਨਹੀਂ। ਉਹ ਕੋਈ ਵੀ ਸਮਾਂ ਨਹੀਂ ਵਿਚਾਰਦੇ ਵੀ ਭਾਈ ਇਹ ਦਾਨ ਕੀਤਾ ਚੰਗਾ ਹੈ ਜਾਂ ਮਾੜਾ ਹੈ। ਤੇ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਸੁਭਾਅ ਹੈ, ਉਸ ਨੇਮ ਦੇ ਮੁਤਾਬਕ ਉਹ ਬਿਨਾਂ ਸਮਾਂ ਵਿਚਾਰਿਆ ਹਮੇਸ਼ਾ ਹੀ ਦਾਨ ਪੁੰਨ ਕਰਦੇ ਹਨ। ਕਰੁਣਾਲਿਆ ਕੋਮਲ ਹੈ ਮਿਨ ਮਨਿਆ, ਪਰ ਪੀਰ ਪਰਾਏ ਪਰੈ ਪਰਨਿਆ। ਤੇ ਕਹਿੰਦੇ ਉਹ ਤਾਂ ਕਿਰਪਾ ਦੇ ਘਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸਦਾ ਹੀ ਕਿਰਪਾ ਵਰਤਾਉਂਦੇ ਰਹਿੰਦੇ ਨੇ ਤੇ ਉਹਨਾਂ ਦਾ ਮਨ ਬੜਾ ਹੀ ਕੋਮਲ ਹੈ। ਤੇ ਕਹਿੰਦੇ ਜਦੋਂ ਵੀ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੀ ਹਲਚਲ ਪੈਦਾ ਹੁੰਦੀ ਹੈ ਨਾ, ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਜ ਹੋਵੇ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਕਾਰਜ ਦੇ ਵਿੱਚ ਵੱਧ ਚੜ ਕੇ ਸਹਿਯੋਗ ਕਰਦੇ ਨੇ। ਕਹਿੰਦੇ ਕਿਸੇ ਦੀ ਵੀ ਭਰਾਈ ਪੀੜ ਉਹਨਾਂ ਦੇ ਕੋਲੋਂ ਦੇਖੀ ਨਹੀਂ ਜਾਂਦੀ। ਸਤਸ਼ੀਲ ਸਮੇਤ ਸਦਾ ਸਰਸਾ, ਤਨ ਜਾਹੇ ਵਿਕਾਰ ਨ ਕੋ ਪਰਸਾ। ਤੇ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਸੱਚ ਭਰਿਆ ਹੋਇਆ ਹੈ, ਸੱਚ ਦੀਆਂ ਨਦੀਆਂ ਵਗ ਰਹੀਆਂ ਨੇ, ਹਮੇਸ਼ਾ ਹੀ ਸੱਚ ਦਾ ਪੱਲਾ ਫੜ ਕੇ ਆਪਣਾ ਜੀਵਨ ਨਿਰਵਾਹ ਕਰਦੇ ਨੇ। ਇਸੇ ਕਰਕੇ ਇਤਿਹਾਸਕਾਰਾਂ ਨੇ ਇਹ ਵੀ ਲਿਖ ਦਿੱਤਾ ਵੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੱਕੜੀ ਦੇ ਨਾਲ ਤੋਲਦੇ ਸਨ ਨਾ, ਉਹ ਤੱਕੜੀ ਵੀ 13 ਕਰਕੇ ਤੋਲਦੀ ਸੀ। ਉਹ ਤੱਕੜੀ ਵੀ ਉਸ ਅਕਾਲ ਪੁਰਖ ਦੀ ਬੰਦਗੀ ਕਰਦੀ ਸੀ, ਉਸ ਅਕਾਲ ਪੁਰਖ ਦਾ ਨਾਮ ਜਪਦੀ ਸੀ। ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਕਦੇ ਵੀ ਬੁਰਾਈ ਦਾ ਸਾਥ ਨਹੀਂ ਦਿੱਤਾ। ਸਦਾ ਸੱਚ ਦਾ ਪੱਲਾ ਫੜ ਕੇ ਸੱਚ ਦੇ ਪੁਜਾਰੀ ਹਮੇਸ਼ਾ ਹੀ ਸੱਚ ਦੇ ਨਾਲ ਹੀ ਵਿਚਰਦੇ ਨੇ, ਸੱਚ ਦੇ ਉੱਤੇ ਹੀ ਪਹਿਰਾ ਦਿੰਦੇ ਨੇ। ਤੇ ਇਸੇ ਕਰਕੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਕਾਰ ਨਹੀਂ ਤੇ ਸਰੀਰ ਵੀ ਵਿਕਾਰਾਂ ਤੋਂ ਰਹਿਤ ਹੈ। ਦੋਹਰਾ ਜੇ ਨਿੰਦਕ ਬਿੰਦਤ ਨਹੀਂ ਨਿੰਦਤ ਜਾਵਿਦ ਸੋਏ, ਬਾਸਰ ਏਕ ਪਰਾਏ ਹੈ ਤੁਰਕਣ ਧਨ ਕੋ ਖੋਏ। ਤੇ ਕਹਿੰਦੇ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਅਸਲੀਅਤ ਨੂੰ ਹਜੇ ਤੱਕ ਵੀ ਨਹੀਂ ਨਾ ਸਮਝ ਸਕੇ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਮਜ ਨੂੰ ਨਹੀਂ ਸਮਝਿਆ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੀ ਕੌਤਕ ਵਰਤਾਉਂਦੇ ਨੇ, ਜਿਨ੍ਹਾਂ ਨੂੰ ਇਸ ਗੱਲ ਦੀ ਹਜੇ ਤੱਕ ਸੋਝੀ ਨਹੀਂ ਪਈ, ਕਹਿੰਦੇ ਉਹੀ ਸਮਾਜ ਦੇ ਲੋਕ ਫਿਰ ਨਿੰਦਿਆ ਕਰਨ ਦੇ ਵਿੱਚ ਜੁੜ ਜਾਂਦੇ ਨੇ। ਉਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਉਲਟ ਗੱਲਾਂ ਕਰਦੇ ਨੇ ਤੇ ਫਿਰ ਆਖਦੇ ਨੇ, ਕਹਿੰਦੇ ਇੱਕ ਦਿਨ ਇਹ ਤੁਰਕਾਂ ਦਾ ਧਨ ਗਵਾਵੇਗਾ ਤੇ ਫਿਰ ਇਥੋਂ ਧਨ ਗਵਾ ਕੇ ਇਹ ਫਿਰ ਭੱਜ ਜਾਵੇਗਾ। ਅਸਲ ਦੇ ਵਿੱਚ ਨਿੰਦਿਆ ਉਸੇ ਚੀਜ਼ ਨੂੰ ਆਖਿਆ ਜਾਂਦਾ ਜਦੋਂ ਜੋ ਸਾਡੇ ਸਾਹਮਣੇ ਸੱਚ ਹੈ ਨਾ, ਅਸੀਂ ਸੱਚ ਨੂੰ ਵਿਗਾੜ ਕੇ ਪੇਸ਼ ਕਰਨ ਦਾ ਯਤਨ ਕਰੀਏ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਵੀ ਮੋਦੀ ਖਾਨੇ ਦੇ ਵਿੱਚੋਂ ਕਮਾਈ ਹੁੰਦੀ ਹੈ, ਜਿਹੜਾ ਵੀ ਉਹਨਾਂ ਦਾ ਆਪਣੇ ਲਈ ਧਨ ਬਚਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਵੀ ਧਨ ਗਰੀਬਾਂ ਦੇ ਉੱਤੇ ਲੁਟਾ ਦਿੰਦੇ ਨੇ, ਉਹ ਵੀ ਗਰੀਬਾਂ ਦੇ ਲਈ ਦਾਨ ਪੁੰਨ ਦੇ ਵਿੱਚ ਵਰਤ ਦਿੰਦੇ ਨੇ। ਪਰ ਕੋਈ ਇਸ ਸੱਚ ਨੂੰ ਨਹੀਂ ਜਾਣਦਾ ਤੇ ਜਿਨ੍ਹਾਂ ਨੇ ਫਿਰ ਸੱਚ ਨੂੰ ਜਾਣਿਆ ਨਹੀਂ, ਉਹ ਸੱਚ ਨੂੰ ਵਿਗਾੜ ਕੇ ਪੇਸ਼ ਕਰਦੇ ਨੇ। ਤੇ ਇਸੇ ਤਰ੍ਹਾਂ ਫਿਰ ਆਪਣੇ ਮਨ ਦੇ ਵਿੱਚ ਇਹੀ ਵਿਚਾਰ ਚਰਚਾ ਕਰਦੇ ਰਹਿੰਦੇ ਨੇ ਵੀ ਭਾਈ ਇਹ ਤਾਂ ਤੁਰਕਾਂ ਦਾ ਧਨ ਹੈ, ਭਾਵ ਨਵਾਬ ਦੌਲਤ ਖਾਨ ਲੋਧੀ ਦਾ ਧਨ ਹੈ, ਇਹ ਧਨ ਨੂੰ ਗਵਾਵੇਗਾ ਤੇ ਜਦੋਂ ਫਿਰ ਧਨ ਦਾ ਲੇਖਾ ਜੋਖਾ ਹੋਵੇਗਾ ਨਾ, ਤਾਂ ਫਿਰ ਇਹਨੇ ਇੱਥੋਂ ਛੱਡ ਕੇ ਸਾਰਾ ਕੁਝ ਭੱਜ ਜਾਣਾ। ਇਹ ਆਮ ਨਿੰਦਿਆ ਕਰਨ ਵਾਲੇ ਇਹ ਬਚਨ ਆਖਦੇ ਸਨ। ਸੋਰਠਾ ਕਹਿ ਤੋ ਬੰਦਿਓ ਜਾਏ ਦੌਲਤ ਖਾਨ ਨਿਭਾਵ ਕੇ, ਤੁਰਕ ਕਠੋਰ ਸੁਭਾਏ ਤਜੇ ਲਹਿਲੀਏ ਬਿਨਾ। ਤੇ ਕਹਿੰਦੇ ਇਹ ਮੋਦੀ ਨੂੰ ਇਹ ਨਹੀਂ ਪਤਾ ਵੀ ਨਵਾਬ ਦੌਲਤ ਖਾਨ ਲੋਧੀ ਦਾ ਸੁਭਾਅ ਕਿਹੋ ਜਿਹਾ ਹੈ। ਉਹ ਤਾਂ ਬੜਾ ਕਠੋਰ ਸੁਭਾਅ ਦਾ ਮਾਲਕ ਹੈ। ਜਦੋਂ ਫਿਰ ਲੇਖਾ ਜੋਖਾ ਕਰੇਗਾ ਨਾ, ਤੇ ਜੇਕਰ ਇਹਨਾਂ ਦਾ ਹਿਸਾਬ ਕਿਤਾਬ ਨਹੀਂ ਸਹੀ ਨਿਕਲਿਆ, ਇਹ ਭੱਜਣ ਦਾ ਯਤਨ ਵੀ ਕਰਨਗੇ ਨਾ, ਤਾਂ ਕਹਿੰਦੇ ਨਵਾਬ ਦੌਲਤ ਖਾਨ ਲੋਧੀ ਇਹਨਾਂ ਨੂੰ ਪੈਸੇ ਵਸੂਲੇ ਬਿਨਾ ਛੱਡੇਗਾ ਨਹੀਂ, ਇਹਨਾਂ ਨੂੰ ਆਪਣੀ ਕੈਦ ਦੇ ਵਿੱਚ ਰੱਖ ਲਵੇਗਾ। ਤੋਟਕ ਛੰਦ ਇੱਕ ਦੌਲਤ ਖਾਂ ਟਿਕ ਜਾਏ, ਕਹੈ ਬਿਦ ਤੰਗ ਬਿਤ ਖੋਤ ਨਾ ਸਾਰ ਲਹੈ। ਤੇ ਕਹਿੰਦੇ ਇੱਕ ਦਿਨ ਇੱਕ ਆਦਮੀ ਹੁਣ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਪਹੁੰਚ ਜਾਂਦਾ ਤੇ ਨਵਾਬ ਦੌਲਤ ਖਾਂ ਲੋਧੀ ਦੇ ਪਾਸ ਜਾ ਕੇ ਬੇਨਤੀ ਕਰਦਾ
ਤੇ ਆਖਦਾ, ਕਹਿੰਦਾ ਜਿਹੜਾ ਵੀ ਤੁਹਾਡਾ ਕਮਾਈ ਦਾ ਸਾਧਨ ਹੈ ਨਾ, ਮੋਦੀ ਖਾਨੇ ਦੇ ਵਿੱਚੋਂ ਜਿੰਨੀ ਵੀ ਤੁਹਾਨੂੰ ਕਮਾਈ ਹੋਣੀ ਸੀ, ਜਿੰਨਾ ਵੀ ਤੁਹਾਨੂੰ ਧਨ ਪ੍ਰਾਪਤ ਹੋਣਾ ਸੀ, ਤੁਹਾਨੂੰ ਉਹ ਧਨ ਤੁਹਾਡੇ ਤੱਕ ਪਹੁੰਚਿਆ ਹੀ ਨਹੀਂ। ਉਹ ਤੁਹਾਡੇ ਤੱਕ ਆਮਦਨ ਜਿਹੜੀ ਹੈ ਉਹ ਪਹੁੰਚਦੀ ਹੀ ਨਹੀਂ। ਕਹਿੰਦੇ ਇਸੇ ਤਰ੍ਹਾਂ ਉਹ ਤੁਹਾਡਾ ਜਿਹੜਾ ਮੋਦੀ ਹੈ ਨਾ, ਜਿਹੜਾ ਤੁਸੀਂ ਰੱਖਿਆ ਹੋਇਆ, ਕਹਿੰਦੇ ਉਹ ਸਾਰਾ ਤੁਹਾਡਾ ਧਨ ਲੁਟਾ ਰਿਹਾ ਹੈ। ਸਭ ਖੋਏ ਪਲਾਇਨ ਹੋਏ ਚਲੇ, ਬਹੁਰ ਬਸ ਤੋਹੇ ਨਾ ਉਰ ਚਲੇ। ਤੇ ਕਹਿੰਦੇ ਤੁਹਾਨੂੰ ਇਸ ਗੱਲ ਦੀ ਸਾਰ ਹੀ ਨਹੀਂ ਵੀ ਤੁਹਾਡਾ ਧਨ ਲੁੱਟਿਆ ਜਾ ਰਿਹਾ, ਲੁਟਾਇਆ ਜਾ ਰਿਹਾ। ਤੇ ਕਹਿੰਦੇ ਇੱਕ ਦਿਨ ਇਹੋ ਜਿਹਾ ਆਵੇਗਾ, ਕਹਿੰਦੇ ਉਹ ਸਾਰਾ ਤੁਹਾਡਾ ਧਨ ਜਿਹੜਾ ਹੈ ਲੁਟਾ ਕੇ ਭੱਜ ਜਾਵੇਗਾ। ਤੇ ਕਹਿੰਦੇ ਫਿਰ ਤੁਹਾਡਾ ਕੋਈ ਵੀ ਵਸ ਨਹੀਂ ਚੱਲਣਾ, ਤੁਹਾਡੀ ਕੋਈ ਵੀ ਪੇਸ਼ ਨਹੀਂ ਚੱਲਣੀ। ਸੁਨ ਦੌਲਤ ਖਾਂ ਔਰ ਮੈਂ ਪਰ ਮੈਂ ਬੁਲਵਾਏ ਧਿਆਨਿਤ ਕੋ ਕਰ ਮੈਂ। ਕਹਿੰਦੇ ਨਵਾਬ ਦੌਲਤ ਖਾਂ ਲੋਧੀ ਨੇ ਜਦੋਂ ਉਹ ਆਦਮੀ ਦੀ ਵਿਚਾਰ ਸੁਣੀ ਨਾ, ਉਹ ਗੱਲਾਂ ਸੁਣੀਆਂ, ਤਾਂ ਨਵਾਬ ਦੌਲਤ ਖਾਂ ਲੋਧੀ ਦੇ ਮਨ ਦੇ ਵਿੱਚ ਸ਼ੰਕੇ ਪੈਦਾ ਫਿਰ ਤੋਂ ਹੋ ਗਏ ਨੇ। ਉਹ ਫਿਰ ਤੋਂ ਸ਼ੰਕਿਆਂ ਦੇ ਵਿੱਚ ਘਿਰ ਗਿਆ ਵੀ ਭਾਈ ਵੀ ਪਤਾ ਨਹੀਂ ਕਿਹੋ ਜਿਹਾ ਇਹਨੇ ਹਿਸਾਬ ਕਿਤਾਬ ਕਰਨਾ, ਕਿੰਨਾ ਨੁਕਸਾਨ ਹੋਵੇਗਾ, ਉਹ ਧਨ ਦੀ ਭਰਪਾਈ ਕੌਣ ਕਰੇਗਾ। ਤੇ ਫਿਰ ਜਦੋਂ ਇਹ ਸਾਰੀ ਵਿਚਾਰ ਚਰਚਾ ਉਹਨੇ ਆਪਣੇ ਕੰਨਾਂ ਦੇ ਨਾਲ ਸੁਣੀ ਨਾ, ਮਨ ਦੇ ਵਿੱਚ ਸ਼ੰਕੇ ਪੈਦਾ ਹੋ ਗਏ। ਤੇ ਕਹਿੰਦੇ ਦਿਆਲੂ ਪ੍ਰਭੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਫਿਰ ਨਵਾਬ ਦੌਲਤ ਖਾਂ ਲੋਧੀ ਨੇ ਆਪਣੇ ਪਾਸ ਬੁਲਾਇਆ ਹੈ। ਪਸ ਚਾਤ ਹਿਸਾਬ ਨਵੇਰ ਲਿਜੈ ਪੁਨ ਅਗਰਜ ਲੈ ਤਰਨ ਕਾਰ ਕੀਜੈ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਨਵਾਬ ਦੌਲਤ ਖਾਂ ਲੋਧੀ ਕੋਲ ਪਹੁੰਚਦੇ ਨੇ, ਤੇ ਨਵਾਬ ਦੌਲਤ ਖਾਂ ਲੋਧੀ ਆਖਦਾ ਵੀ ਬਾਕੀ ਦੇ ਕੰਮ ਕਾਜ ਬਾਅਦ ਵਿੱਚ ਕਰ ਲਿਓ, ਸਭ ਤੋਂ ਪਹਿਲਾਂ ਤੁਸੀਂ ਹਿਸਾਬ ਕਿਤਾਬ ਕਰੋ, ਸਭ ਤੋਂ ਪਹਿਲਾਂ ਹਿਸਾਬ ਕਿਤਾਬ ਦਾ ਨਿਬੇੜਾ ਕੀਤਾ ਜਾਵੇ। ਤੇ ਕਹਿੰਦੇ ਫਿਰ ਹੋਰ ਧਨ ਮੇਰੇ ਕੋਲੋਂ ਲੈ ਜਾਣਾ, ਤੇ ਤੁਸੀਂ ਆਪਣੀ ਕਾਰ ਜਿਹੜੀ ਹੈ ਉਹ ਨਿਰੰਤਰ ਜਾਰੀ ਰੱਖਣਾ। ਦੋਹਰਾ ਨਵੀ ਸਿੰਧ ਕੇ ਸੰਗ ਮਿਲ ਲੇਖਾ ਹੋਵੇ ਪੂਰ। ਨਿਕਸੈ ਸ੍ਰੀ ਗੁਰੂ ਸ਼ੇਖ ਧਨ ਲੱਜਤ ਆਨਨ ਕੂਰ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਜਿਵੇਂ ਨਵਾਬ ਦੌਲਤ ਖਾਂ ਲੋਧੀ ਨੇ ਆਖਿਆ ਸੀ, ਉਸੇ ਹੀ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਸਾਰਾ ਹਿਸਾਬ ਕਿਤਾਬ ਨਵਾਬ ਦੌਲਤ ਖਾਂ ਲੋਧੀ ਦੇ ਅੱਗੇ ਰੱਖ ਦਿੱਤਾ। ਤੇ ਨਵਾਬ ਦੌਲਤ ਖਾਂ ਲੋਧੀ ਨੇ ਜਦੋਂ ਉਹ ਸਾਰਾ ਹਿਸਾਬ ਕਿਤਾਬ ਦੇਖਿਆ ਨਾ, ਤਾਂ ਫਿਰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕੁਝ ਪੈਸੇ ਨਵਾਬ ਦੌਲਤ ਖਾਂ ਲੋਧੀ ਨੂੰ ਦੇਣੇ ਪਏ। ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਬਕਾਇਆ ਨਵਾਬ ਦੌਲਤ ਖਾਂ ਲੋਧੀ ਦੇ ਵੱਲ ਨਿਕਲਿਆ। ਜਦੋਂ ਇਹ ਸਾਰਾ ਕੁਝ ਉਸ ਆਦਮੀ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਤਾਂ ਜਿੱਥੇ ਸ਼ਰਮਿੰਦਾ ਹੋਇਆ, ਉੱਥੇ ਨਵਾਬ ਦੌਲਤ ਖਾਂ ਲੋਧੀ ਦੀ ਨਿਗਾਹ ਦੇ ਵਿੱਚ ਉਹ ਆਦਮੀ ਝੂਠਾ ਵੀ ਪੈ ਗਿਆ। ਟੋਟਕ ਛੰਦ ਧਨ ਆਨਤ ਨਾਨਕ ਜੀ ਸਦਨੰਗ ਕਰ ਨਿੰਦਕ ਕੋ ਲਜ ਤੰਗ ਬਦਨੰ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਹਿੱਸੇ ਦਾ ਧਨ ਲੈ ਕੇ ਵਾਪਸ ਆਪਣੇ ਘਰ ਪਹੁੰਚਦੇ ਨੇ। ਤੇ ਕਹਿੰਦੇ ਜਿਹੜੇ ਸ਼ਿਕਾਇਤਾਂ ਕਰਨ ਦੇ ਲਈ ਇਕੱਠੇ ਹੋਏ ਸਨ ਨਾ, ਜਿਹੜਾ ਟੋਲਾ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਪਹੁੰਚਿਆ ਸੀ, ਜਿਹੜਾ ਤਮਾਸ਼ਾ ਦੇਖਣ ਲਈ ਤਿਆਰ ਸੀ ਵੀ ਇਹਨਾਂ ਦੇ ਵੱਲ ਜਦੋਂ ਹੁਣ ਧਨ ਨਿਕਲੇਗਾ, ਤੇ ਕਹਿੰਦੇ ਨਵਾਬ ਦੌਲਤ ਖਾਂ ਲੋਧੀ ਇਹਨਾਂ ਦੇ ਕੋਲੋਂ ਧਨ ਵਸੂਲ ਕਰੇਗਾ। ਜਦੋਂ ਸਾਰੀ ਖੇਡ ਪੁੱਠੀ ਪੈ ਗਈ, ਤਾਂ ਉਹ ਸਾਰੇ ਲੋਕ ਜਿਹੜੇ ਨੇ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਨੇ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੋਂ ਧਨ ਪ੍ਰਾਪਤ ਕਰਕੇ ਆਪਣੇ ਘਰ ਪਹੁੰਚ ਗਏ ਹਨ। ਜਲ ਜਾਤ ਰਿਦੇ ਬਲ ਨਾਹਿ ਚਲੈ, ਜਿਵ ਰਿਗਣਿਓ ਜੋਤ ਨਾ ਭਾਣ ਤਲੈ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਹੁੰਦੀ ਵੇਖ ਕੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਸ ਹੁੰਦਾ ਦੇਖ ਕੇ, ਉਹ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਿਆ ਕਰਨ ਆਏ ਸਨ ਨਾ, ਉਹ ਸਾਰੇ ਦੇ ਸਾਰੇ ਇਹ ਸਾਰਾ ਕੁਝ ਦੇਖ ਕੇ ਸੜ ਵੱਲ ਗਏ ਨੇ ਵੀ ਨਵਾਬ ਦੌਲਤ ਖਾਂ ਲੋਧੀ ਇਹਨਾਂ ਨੂੰ ਇੰਨਾ ਸਤਿਕਾਰ ਦੇ ਰਿਹਾ, ਅਸੀਂ ਤਾਂ ਚਾਹੁੰਦੇ ਸੀ ਵੀ ਇਹਨਾਂ ਨੂੰ ਇਸ ਕੰਮ ਤੋਂ ਬਾਹਰ ਕੱਢ ਦੇਵੇਗਾ, ਇਹਨਾਂ ਦੇ ਕੋਲੋਂ ਨੌਕਰੀ ਖੋਹ ਲਵੇਗਾ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਹੁੰਦੀ ਦੇਖੀ, ਤੇ ਉਹਨਾਂ ਲੋਕਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੋਈ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਕਿਸੇ ਦਾ ਵੀ ਕੋਈ ਜ਼ੋਰ ਨਹੀਂ ਚੱਲਿਆ। ਜਿਵੇਂ ਰਾਤ ਦੇ ਹਨੇਰੇ ਦੇ ਵਿੱਚ ਨਾ ਜੁਗਨੂ ਘੁੰਮਦੇ ਨੇ, ਉਹਨਾਂ ਨੂੰ ਚਾਨਣ ਹੁੰਦਾ, ਉਹਨਾਂ ਨੂੰ ਭਰਮ ਪੈ ਜਾਂਦਾ ਵੀ ਸ਼ਾਇਦ ਸਾਡੇ ਆਸਰੇ ਹੀ ਲੋਕ ਤੁਰੇ ਫਿਰਦੇ ਨੇ। ਪਰ ਕਹਿੰਦੇ ਜਦੋਂ ਸੂਰਜ ਦਾ ਪ੍ਰਤਾਪ ਹੁੰਦਾ, ਸੂਰਜ ਚੜ੍ਹਦਾ ਹੈ, ਤਾਂ ਕਹਿੰਦੇ ਉਹ ਜੁਗਨੂਆਂ ਦੀ ਲਾਈਟ ਕਦੇ ਵੀ ਦਿਖਾਈ ਨਹੀਂ ਦਿੰਦੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਕਿਸੇ ਦਾ ਵੀ ਕਿਸੇ ਪ੍ਰਕਾਰ ਦਾ ਜ਼ੋਰ ਨਹੀਂ ਚੱਲਦਾ।
ਕਬ ਭਾਵਤ ਜੋਨ ਜੋ ਚੋਰਨ ਕੋ ਉਰ ਭਰ ਵਿਸੂਰਤ ਜੋਰ ਨ ਕੋ। ਤੇ ਕਹਿੰਦੇ ਜਿਵੇਂ ਕਿਸੇ ਕੋਈ ਚੋਰੀ ਕਰਨ ਵਾਲਾ ਹੋਵੇ ਨਾ, ਉਹ ਹਮੇਸ਼ਾ ਹੀ ਹਨੇਰੇ ਨੂੰ ਚੰਗਾ ਸਮਝਦਾ ਹੈ, ਉਹਨੂੰ ਚੰਦ ਦੀ ਚਾਨਣੀ ਕਦੇ ਵੀ ਚੰਗੀ ਨਹੀਂ ਲੱਗਦੀ, ਉਹ ਹਮੇਸ਼ਾ ਹੀ ਹਨੇਰੇ ਨੂੰ ਚੰਗਾ ਸਮਝਦਾ ਹੈ। ਤੇ ਕਹਿੰਦੇ ਜਿਹੜੇ ਹੁਣ ਲੋਕਾਂ ਨੇ ਆਮ ਤੌਰ ਦੇ ਉੱਤੇ ਮੋਦੀ ਖਾਨੇ ਦੇ ਵਿੱਚ ਕੰਮ ਕਾਜ ਕਰਦਿਆਂ ਲੁੱਟ ਖਸੁੱਟ ਕਰਨੀ ਸੀ, ਜਿਹੜੇ ਕਿਤੇ ਕਿਤਾਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਾ ਕੇ ਇਹ ਆਖ ਦਿੰਦੇ ਸਨ ਵੀ ਭਾਈ ਸਾਨੂੰ ਵੀ ਹਿੱਸੇਦਾਰੀ ਚਾਹੀਦੀ ਹੈ, ਅਸੀਂ ਵੀ ਕਰ ਵਸੂਲ ਕਰਾਂਗੇ। ਤੇ ਜਿਹੜੇ ਲੋਕਾਂ ਨੇ ਠੱਗੀਆਂ ਠੋਰੀਆਂ ਕਰਨੀਆਂ ਸੀ, ਜਿਹੜੇ ਲੋਕਾਂ ਨੇ ਆਮ ਲੋਕਾਂ ਦਾ ਹੱਕ ਮਾਰਨਾ ਸੀ, ਤੇ ਉਹ ਲੋਕ ਫਿਰ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੱਚੀ ਕਿਰਤ ਨੂੰ ਚੰਗਾ ਕਿਵੇਂ ਸਮਝ ਲੈਣਗੇ? ਉਹ ਕਿਵੇਂ ਇਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਚੰਗਾ ਸਮਝ ਲੈਣਗੇ? ਤੇ ਇਸੇ ਕਰਕੇ ਉਹ ਵਾਰ-ਵਾਰ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਿਆ ਵੀ ਕਰਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਉਹਨਾਂ ਦੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜ਼ੋਰ ਨਹੀਂ ਚੱਲਦਾ, ਤੇ ਸਾਰੇ ਨਿੰਦਕ ਜਿਹੜੇ ਨੇ ਉਹ ਝੂਠੇ ਪੈ ਗਏ ਨੇ, ਤੇ ਕੋਈ ਵੀ ਪੇਸ਼ੀ ਨਹੀਂ ਚੱਲੀ। ਵਿਸਮਾਦ ਹਿਰਦੇ ਕੇ ਵਿਸ਼ੇਸ਼ ਰਹਿ ਬਿਦ ਤੰਗ ਬਿਨ ਨੀਤ ਲੁਟਾਤ ਹੈ। ਤੇ ਕਹਿੰਦੇ ਹਿਰਦੇ ਦੇ ਵਿੱਚ ਹੁਣ ਉਹਨਾਂ ਦੇ ਹੈਰਾਨੀ ਹੋਰ ਵੱਧ ਗਈ, ਉਹ ਹੁਣ ਹੋਰ ਪਰੇਸ਼ਾਨ ਹੋ ਗਏ ਵੀ ਭਾਈ ਇੰਨਾ ਧਨ ਲਟਾਉਂਦਾ ਹੈ, ਪਤਾ ਨਹੀਂ ਵੀ ਕੀ ਗੱਲ ਹੈ। ਵੀ ਜਦੋਂ ਵੀ ਲੇਖਾ ਜੋਖਾ ਕੀਤਾ ਗਿਆ, ਅੱਜ ਤੱਕ 3 ਵਾਰੀ ਲੇਖਾ ਜੋਖਾ ਨਵਾਬ ਦੌਲਤ ਖਾਂ ਦੇ ਕੋਲ ਸ਼ਿਕਾਇਤ ਕਰਨ ਤੇ ਹੋ ਗਿਆ। ਤੇ ਕਹਿੰਦੇ ਜਦੋਂ ਵੀ ਦੇਖਦੇ ਆ ਤੇ ਨਵਾਬ ਦੌਲਤ ਖਾਂ ਲੋਧੀ ਨੂੰ ਹੀ ਇਹਨਾਂ ਨੂੰ ਧਨ ਦੇਣਾ ਪੈਂਦਾ ਹੈ। ਉਪਮਾ ਸਮਚੰਦ ਸਮੈ ਤਹਿ ਪੀਜਹਿ ਕੀਰਤ ਜੋਨ ਮਨੋਗ ਸੋਪੀ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿੰਨੀ ਵੀ ਵਡਿਆਈ ਪਹਿਲਾਂ ਹੁੰਦੀ ਸੀ ਨਾ, ਉਹਨਾਂ ਦੀ ਵਡਿਆਈ ਦੇ ਵਿੱਚ ਕਿਤੇ ਵੀ ਕੋਈ ਵੀ ਕਮੀ ਨਹੀਂ ਆਈ, ਸਗੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਪਮਾ ਵਿਸ਼ਾਲ ਹੀ ਹੁੰਦੀ ਗਈ, ਵਡਿਆਈ ਵੱਧਦੀ ਹੀ ਗਈ। ਲੋਕਾਂ ਦਾ ਨਿਸ਼ਚਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਹੋਰ ਪੱਕਾ ਹੁੰਦਾ ਗਿਆ। ਤੇ ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਵੇਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆਪਣੇ ਹੱਥਾਂ ਦੇ ਨਾਲ 10 ਨੋਹਾਂ ਦੇ ਨਾਲ ਕਿਰਤ ਕਰਦੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਸੁਲਤਾਨਪੁਰ ਦੇ ਨਗਰ ਦੇ ਵਿੱਚ ਫੈਲੀ ਹੋਈ ਹੈ। ਚਿਤ ਮੀਤ ਚਕੋਰ ਚਾਤ ਹੈ, ਚਕਵਾ ਸਮਨਿੰਦਕ ਦਾਹਿਤ ਹੈ। ਤੇ ਕਹਿੰਦੇ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਚਾਹੁਣ ਵਾਲੇ ਨੇ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਅਥਾਹ ਸ਼ਰਧਾ ਪਿਆਰ ਹੈ ਨਾ, ਤੇ ਉਹਨਾਂ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਨਿਸ਼ਚਾ ਹੋਰ ਵੱਧਦਾ ਜਾਂਦਾ ਹੈ। ਤੇ ਪਰ ਕਿਹੜੇ ਜਿਹੜੇ ਦੂਜੇ ਪਾਸੇ ਲੋਕ ਨੇ ਨਾ, ਉਹ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਰਹੇ। ਨਰ ਨਿੰਦੇ ਕੀਰਤ ਕੋਏ ਕਰੰਗ ਸਭ ਸੰਗ ਰਹਿ ਗੁਰ ਏਕ ਸਰੰਗ। ਤੇ ਕਹਿੰਦੇ ਇਸੇ ਤਰ੍ਹਾਂ ਨਗਰ ਦੇ ਕਈ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਿਆ ਕਰਦੇ ਨੇ, ਤੇ ਬਹੁਤੇ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਨ। ਤਿਨ ਭੇਦ ਲਖੈ ਨਹਿ ਗਿਆਨ ਕਨੰਗ ਸਮ ਸੂਰਜ ਕੇ ਤਮ ਦੇਤ ਹਨੰ। ਤੇ ਕਹਿੰਦੇ ਗਿਆਨ ਤੋਂ ਸਖਣੇ ਹੋਣ ਦੇ ਕਾਰਨ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਭੇਦ ਹੀ ਨਹੀਂ ਪਿਆ, ਤੇ ਕਹਿੰਦੇ ਉਹ ਸਦਾ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਿਆ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ। ਤੇ ਪਰ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਇਹੋ ਜਿਹਾ ਹੈ ਨਾ, ਜਿਵੇਂ ਸੂਰਜ ਚੜ੍ਹਦਾ ਹੈ ਤੇ ਹਨੇਰਾ ਛੁਪ ਜਾਂਦਾ ਹੈ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਵੇਂ ਸੱਚੀ ਸੁੱਚੀ ਕਿਰਤ ਕਰਦੇ ਨੇ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਪਹਿਲਾਂ ਜਿੰਨੇ ਵੀ ਮੋਦੀ ਖਾਨੇ ਦੇ ਵਿੱਚ ਮੋਦੀ ਦਾ ਕੰਮ ਕਾਜ ਸੰਭਾਲਦੇ ਸੀ, ਉਹਨਾਂ ਦਾ ਸੱਚ ਵੀ ਹੁਣ ਲੋਕਾਂ ਦੇ ਸਾਹਮਣੇ ਆ ਗਿਆ। ਤੇ ਉਹਨਾਂ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਭਾਈ ਸਾਡੇ ਨਾਲ ਕਿੰਨਾ ਅੱਜ ਤੱਕ ਧੋਖਾ ਹੁੰਦਾ ਗਿਆ, ਕਿੰਨੀ ਸਾਡੀ ਲੁੱਟ ਖਸੁੱਟ ਹੋਈ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇਸ ਕਿਰਤੀ ਦੇ ਨਾਲ ਬਹੁਤ ਲੋਕਾਂ ਦੇ ਜਿਹੜੇ ਪਰਦੇ ਸੀ ਉਹ ਚੱਕੇ ਗਏ, ਬਹੁਤ ਲੋਕਾਂ ਦਾ ਸੱਚ ਹੁਣ ਆਮ ਲੋਕਾਂ ਦੇ ਸਾਹਮਣੇ ਆ ਗਿਆ। ਦੋਹਰਾ ਸ਼੍ਰੀ ਅੰਗਦ ਟਿਗ ਅਪਰ ਸਿੱਖ ਪ੍ਰਸ਼ਨ ਕੀਨ ਹਿਤ ਲਾਏ। ਕਰਤ ਭਲਾ ਸਭ ਕੋ ਗੁਰੂ ਸੋ ਕਿਉ ਬੁਰਾ ਕਮਾਏ। ਹੁਣ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਬੈਠੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਇਹ ਕਥਾ ਸੁਣਾਉਣੀ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ। ਹੁਣ ਜਿੰਨੇ ਵੀ ਆ ਸਿੱਖ ਸੰਗਤ ਦਾ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਬੈਠ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦਾ ਵਰਤਾਂਤ ਸਰਵਣ ਕਰਦੇ ਨੇ ਨਾ, ਤੇ ਉਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਸਵਾਲ ਕਰਦੇ ਨੇ, ਪ੍ਰਸ਼ਨ ਪੁੱਛਦੇ ਨੇ ਕਿ ਹੇ ਪਾਤਸ਼ਾਹ ਜੀ,
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੰਨੇ ਲੋਕਾਂ ਦਾ ਭਲਾ ਕੀਤਾ, ਇੰਨੇ ਚੰਗੇ ਕਾਰਜ ਕੀਤੇ ਨੇ, ਫਿਰ ਵੀ ਇਹ ਲੋਕ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਿਆ ਕਿਉਂ ਕਰਦੇ ਸਨ? ਫਿਰ ਵੀ ਸਮਾਜ ਦੇ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਿਰੁੱਧ ਕਿਉਂ ਖੜੇ ਹੁੰਦੇ ਸਨ? ਇਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਸਿੱਖ ਸੰਗਤਾਂ ਸਵਾਲ ਕਰਦੀਆਂ ਨੇ, ਪ੍ਰਸ਼ਨ ਪੁੱਛਦੀਆਂ ਨੇ। ਇੱਥੋਂ ਤੱਕ ਦੇ ਵਿਚਾਰ ਅਸੀਂ ਅੱਜ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਕਿਵੇਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕੀਤੇ ਹੋਏ ਪ੍ਰਸ਼ਨਾਂ ਦੇ ਜਵਾਬ ਸਿੱਖ ਸੰਗਤਾਂ ਨੂੰ ਮਿਲਦੇ ਨੇ, ਉਹ ਵਿਚਾਰਾਂ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਆਪ ਸਭ ਸੰਗਤਾਂ ਨੇ ਇਸੇ ਤਰ੍ਹਾਂ ਕੱਲ੍ਹ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਨੀਆਂ, ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਏਕੋ।